ਸ਼੍ਰੀ ਵਾਹਿਗੁਰੂ ਸਾਹਿਬ ਜੀ। ਇੱਕ ਓੰਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਜਪ ਆਦਿ ਸਚ ਜੁਗਾਦ ਸਚ ਹੈ ਭੀ ਸਚ ਨਾਨਕ ਹੋਸੀ ਭੀ ਸਚ। ਕਹਾ ਤੁਛ ਪ੍ਰਭ ਬੁੱਧ ਹਮਾਰੀ ਵਰਣ ਨਾ ਸਕੈ ਮਹਿਮਾ ਜੋ ਤੁਹਾਰੀ। ਹਮ ਨਾ ਸਕਤ ਕਰ ਸਿਫਤ ਤੁਮਾਰੀ ਆਪ ਲਿਹੋ ਤੁਮ ਕਥਾ ਸੁਧਾਰੀ। ਸਭ ਤੇ ਉਤਮ ਹਰਿ ਕੀ ਕਥਾ ਨਾਮ ਸੁਨਤ ਦਰਦ ਦੁਖ ਲਥਾ। ਦੁਖ ਦਰਦ ਭਉ ਨਿਕਟਨਾ ਤਿਨ ਨਰਕੇ ਰਹੈ। ਹੋ ਜੋ ਜਾ ਕੀ ਏਕ ਬਾਰ ਚਉਪਈ ਕੋ ਕਹੈ। ਤੁਧ ਆਗਹਿ ਅਰਦਾਸ ਹਮਾਰੀ ਜਿਉ ਪਿੰਡ ਸਭ ਤੇਰਾ। ਕਹੋ ਨਾਨਕ ਸਭ ਤੇਰੀ ਵਡਿਆਈ ਕੋਈ ਨਾਉ ਨਾ ਜਾਣੈ ਮੇਰਾ। ਕਹੋ ਨਾਨਕ ਸਭ ਤੇਰੀ ਵਡਿਆਈ ਕੋਈ ਨਾਉ ਨਾ ਜਾਣੈ ਮੇਰਾ। ਪਰਮ ਸਤਿਕਾਰਯੋਗ ਗੁਰੂ ਰੂਪ ਸਾਧ ਸੰਗਤ ਜੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਤਿਗੁਰਾਂ ਨੇ ਅਪਾਰ ਰਹਿਮਤ ਕਿਰਪਾ ਕੀਤੀ ਹੈ। ਅੰਮ੍ਰਿਤ ਵੇਲੇ ਦੇ ਸੁਭਾਗ ਸਮੇਂ ਬਖਸ਼ੇ ਆ ਜੀ। ਸਤ ਸੰਗਤ ਦੇ ਮਹਾਨ ਕੁੰਭ, ਨਿਤਨੇਮ ਦੀਆਂ ਅਮੋਲਕ ਦਾਤਾਂ, ਸੇਵਾ ਸਿਮਰਨ ਗੁਰੂ ਸਾਹਿਬ ਜੀ ਨੇ ਤਰਸ ਕੀਤਾ ਆਪਣੇ ਸੇਵਕਾਂ ਤੇ। ਸੁਹਾਵਣਾ ਸਮਾਂ ਬਖਸ਼ਿਸ਼ ਕੀਤਾ ਹੈ। ਲੜੀਵਾਰ ਕਥਾ ਵਿਚਾਰ ਦਾਤੇ ਦੀ ਕਿਰਪਾ ਦਾ ਸਦਕਾ ਭਾਈ, ਉਹਦੇ ਬਖਸ਼ੇ ਵੇ ਉਦਮ ਦਾ ਸਦਕਾ ਆਪਾਂ ਕਰ ਰਹੇ ਹਾਂ, ਸੁਣ ਰਹੇ ਹਾਂ। ਅੱਜ ਦਾ ਸ਼ਬਦ ਜਿਹੜਾ ਹੈ, ਧੰਨ ਧੰਨ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਚੇ ਪਾਤਸ਼ਾਹ ਜੀ, ਉਹਨਾਂ ਨੇ ਉਚਾਰਨ ਕੀਤਾ ਹੈ। ਪਿਛਲੇ ਜਿਹੜੇ ਆਪਾਂ ਸ਼ਬਦ ਉਚਾਰੇ ਵਿਚਾਰੇ, ਉਹਦੀ ਕਿਰਪਾ ਨਾਲ ਬਣਜਾਰੇ ਸਿੱਖ ਜਿਹੜੇ ਨੇ, ਜਿਨ੍ਹਾਂ ਨੇ ਅੱਜ ਤੱਕ ਗੁਰੂ ਨਾਨਕ ਦੀ ਬਖਸ਼ੀ ਹੋਈ ਸਿੱਖੀ ਸੰਭਾਲੀ ਹੈ, ਉਹਨਾਂ ਦੇ ਪ੍ਰਤੀ ਗੁਰੂ ਨਾਨਕ ਦੇਵ ਮਹਾਰਾਜ ਜੀ, ਸ੍ਰੀ ਗੁਰੂ ਰਾਮਦਾਸ ਮਹਾਰਾਜ ਚੇ ਪਾਤਸ਼ਾਹ, ਉਹਨਾਂ ਬਣਜਾਰੇ ਸਿੱਖਾਂ ਦੇ ਪ੍ਰਤੀ ਬਚਨ ਉਚਾਰਨ ਕੀਤੇ ਸਨ। ਸੋ ਅੰਮ੍ਰਿਤਸਰ ਸਾਹਿਬ ਗੁਰਦੁਆਰਾ ਮੰਜੀ ਸਾਹਿਬ ਜਿੱਥੇ ਬਣਿਆ ਹੈ, ਗੁਰੂ ਕੇ ਬਾਗ ਦੇ ਵਿੱਚ ਦੀਵਾਨ ਸਜਿਆ ਹੋਇਆ ਸੀ। ਗਰੀਬ ਨਵਾਜ ਪਾਤਸ਼ਾਹ ਧੰਨ ਸਤਿਗੁਰੂ ਚੋਜੀ ਗੁਰਦੇਵ
ਸੰਗਤਾਂ ਨੂੰ ਦਰਸ਼ਨ ਦੇ ਕਰਕੇ ਕਿਰਤਾਰਥ ਕਰ ਰਹੇ ਸਨ। ਉਸ ਵਕਤ ਭਾਈ ਮੱਖਣ ਸ਼ਾਹ ਜੀ, ਉਹਨਾਂ ਦੇ ਸਤਿਕਾਰਯੋਗ ਦਾਦਾ ਜੀ ਸਤਿਗੁਰਾਂ ਦੀ ਸ਼ਰਨ ਵਿੱਚ ਆਏ। ਮੱਖਣ ਸ਼ਾਹ ਜੋ ਲੁਬਾਣਾ ਹੋਏ, ਜਿਹਦਾ ਡੁੱਬਦਾ ਬੇੜਾ ਗੁਰੂ ਤੇਗ ਬਹਾਦਰ ਮਹਾਰਾਜ ਨੇ ਤਾਰਨਾ ਕੀਤਾ। ਉਹਨਾਂ ਦੇ ਵੱਡ ਵਡੇਰੇ ਗੁਰੂ ਸਾਹਿਬਾਨਾਂ ਦੇ ਦਰ ਦੇ ਨਾਲ ਜੁੜੇ ਰਹੇ ਜੀ, ਅੱਜ ਤੱਕ ਵੀ ਉਹ ਜੁੜੇ ਹੋਏ ਨੇ। ਉਹਨਾਂ ਨੇ ਸਤਿਗੁਰਾਂ ਦੇ ਕੀਤੇ ਹੋਏ ਪਰ ਉਪਕਾਰ ਜਿਹੜੇ ਆ ਭੁਲਾਏ ਨਹੀਂ। ਸਾਰੇ ਵੱਡ ਵਡੇਰੇ ਉਹਨਾਂ ਦੇ ਗੁਰੂ ਘਰ ਦੇ ਸ਼ਰਧਾਲੂ ਨੇ, ਅੱਜ ਤੱਕ ਸਭ ਜੁੜੇ ਨੇ। ਮੱਖਣ ਸ਼ਾਹ ਲੁਬਾਣੇ ਦੇ ਦਾਦਾ ਜੀ ਗੁਰੂ ਅਰਜਨ ਦੇਵ ਮਹਾਰਾਜ ਜੀ ਦੇ ਕੋਲ ਆਏ ਤੇ ਬੇਨਤੀ ਕੀਤੀ, ਮਹਾਰਾਜ ਜੀ, ਜਿਸ ਤਰ੍ਹਾਂ ਕਹਿੰਦੇ ਮੇਰੇ ਬਜ਼ੁਰਗਾਂ ਨੂੰ ਸਤਿਗੁਰੂ ਪਾਤਸ਼ਾਹ ਨੇ, ਗੁਰੂ ਨਾਨਕ ਦੇਵ ਮਹਾਰਾਜ ਨੇ, ਗੁਰੂ ਰਾਮਦਾਸ ਮਹਾਰਾਜ ਨੂੰ ਉਪਦੇਸ਼ ਬਖਸ਼ਿਸ਼ ਕੀਤਾ ਸੀ, ਉਸੇ ਤਰ੍ਹਾਂ ਕਿਰਪਾ ਕਰਕੇ ਮੈਨੂੰ ਵੀ ਆਪ ਜੀ ਉਪਦੇਸ਼ ਬਖਸ਼ਿਸ਼ ਕਰੋ। ਉਹਨੇ ਬੇਨਤੀ ਕੀਤੀ ਤਾਂ ਗੁਰੂ ਸਾਹਿਬ ਜੀ ਨੇ, ਭਾਵ ਗੁਰੂ ਅਰਜਨ ਦੇਵ ਮਹਾਰਾਜ ਨੇ ਇਹ ਸ਼ਬਦ ਜਿਹੜਾ ਬਣਜਾਰਿਆਂ ਸਿੱਖਾਂ ਦੇ ਪ੍ਰਥਾਏ ਉਚਾਰਨ ਕੀਤਾ। ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਆਪਣੇ ਪਿਤਾ ਗੁਰੂ ਰਾਮਦਾਸ ਪਾਤਸ਼ਾਹ ਜੀ ਦੀ ਪਹਿਰਿਆਂ ਦੀ ਬਾਣੀ ਦਾ ਸ਼ਬਦ ਜੋ ਬਣਜਾਰੇ ਸਿੱਖਾਂ ਨੂੰ ਦਿੱਤਾ ਸੀ, ਉਹਨੂੰ ਵਾਚਿਆ। ਇਸੇ ਤਰ੍ਹਾਂ ਜੋ ਗੁਰੂ ਨਾਨਕ ਸਾਹਿਬ ਜੀ ਨੇ ਪਹਿਰਿਆਂ ਦੀ ਬਾਣੀ ਦੇ 2 ਸ਼ਬਦ ਉਚਾਰੇ, ਜੋ ਗੁਰੂ ਰਾਮਦਾਸ ਮਹਾਰਾਜ ਜੀ ਦੇ ਪਾਸ ਲਿਆਏ ਸਨ, ਉਹਨਾਂ ਬਣਜਾਰਿਆਂ ਦੀ, ਅਗਲੀ ਪੀੜ੍ਹੀ ਬਣਜਾਰਿਆਂ ਦੀ ਬੇਨਤੀ ਸੁਣ ਕੇ ਸਤਿਗੁਰਾਂ ਨੇ ਸਾਰਿਆਂ ਲਈ ਸਾਂਝਾ ਉਪਦੇਸ਼ ਬਖਸ਼ਿਸ਼ ਕੀਤਾ। ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਸਤਿਗੁਰੂ ਫਰਮਾਨ ਕਰਦੇ ਹਨ ਕਿ ਪਹਿਲੇ ਪਹਿਰੇ ਰਹਿਣ ਕੇ ਬਣਜਾਰਿਆ ਮਿੱਤਰਾ, ਧਰ ਪਾਇਤਾ ਉਧਰੇ ਮਾਹੇ। ਇਹ ਲੜੀਵਾਰ ਕਥਾ ਵਿਚਾਰ ਹੈ ਗੁਰੂ ਗ੍ਰੰਥ ਸਾਹਿਬ ਮਹਾਰਾਜ, ਜਿਨ੍ਹਾਂ ਨੂੰ ਅਸੀਂ ਹਰ ਰੋਜ਼ ਨਤਮਸਤਕ ਹੁੰਨੇ ਆ, ਨਮਸਕਾਰ ਕਰਨੇ ਆ, ਜਿਨ੍ਹਾਂ ਦੀ ਹਜ਼ੂਰੀ ਤੋਂ ਬਿਨਾਂ, ਜਿਨ੍ਹਾਂ ਦੀ ਸਮੂਲੀਅਤ ਤੋਂ ਬਿਨਾਂ ਸਾਡੇ ਜੀਵਨ ਦਾ ਕੋਈ ਵੀ ਕਾਰਜ ਨਹੀਂ ਹੁੰਦਾ। ਜਨਮ ਦਾ ਕਾਰਜ ਹੈ, ਮਰਨ ਦਾ ਕਾਰਜ ਹੈ, ਵਿਆਹ ਦਾ ਕਾਰਜ ਹੈ, ਕਿਸੇ ਕਾਰਜ ਦਾ ਕਾਰਜ ਹੈ, ਕੋਈ ਕੰਮ ਸ਼ੁਰੂ ਕਰਨਾ ਹੈ, ਗੁਰੂ ਦਾ ਅਸੀਂ ਓਟ ਆਸਰਾ ਜ਼ਰੂਰ ਲੈਂਦੇ ਹਾਂ। ਕੋਈ ਕੰਮ ਕਾਰਜ ਸਾਡਾ ਸਿੱਧ ਹੋ ਗਿਆ, ਭਾਵ ਕਿ ਸਿਰੇ ਚੜ੍ਹ ਗਿਆ, ਸ਼ੁਕਰਾਨੇ ਦੀ ਅਰਦਾਸ ਆਪਾਂ ਕਰਦੇ ਹਾਂ, ਮਹਾਰਾਜ ਨੂੰ ਰੁਮਾਲੇ ਭੇਟਾ ਕਰਨੇ ਆ ਜੀ, ਦੇਗਾਂ ਕਰਵਾਉਂਦੇ ਆ, ਹੋਰ ਬੇਅੰਤ ਸੇਵਾਵਾਂ ਨੇ ਭੇਟਾਵਾਂ ਦਿੰਦੇ ਆ। ਉਸ ਗੁਰੂ ਦੀ ਲੜੀਵਾਰ ਕਥਾ ਵਿਚਾਰ ਬਾਣੀ ਜਿਹੜੀ ਹੈ, ਉਹਦੀ ਵਿਚਾਰ ਆਪਾਂ ਕਰ ਰਹੇ ਹਾਂ। ਮਹਾਰਾਜ ਕਹਿੰਦੇ ਆ ਕਿ ਇਹ ਪ੍ਰਾਣੀ ਚੰਗੇ ਅਤੇ ਮੰਦੇ ਕਰਮਾਂ ਦਾ ਵਣਜ ਕਰਨ ਵਾਲੇ ਬਣਜਾਰੇ ਅਤੇ ਪਰਮਾਤਮਾ ਦੀ ਅੰਸ਼ ਹੋਣ ਕਰਕੇ ਮਿੱਤਰਾ, ਸਰੀਰ ਦੀ ਉਮਰ ਰੂਪੀ ਰਾਤ ਦੇ ਪਹਿਲੇ ਹਿੱਸੇ ਵਿੱਚ ਤੇਰਾ ਮਾਤਾ ਦੇ ਗਰਭ ਦੇ ਵਿੱਚ ਪਾਉਣਾ ਕੀਤਾ ਹੈ। ਪਾਇਤਾ ਕਹੀਏ ਧਰ ਪਾਇਤਾ ਉਧਰੈ ਮਾਹੇ, ਪਾਇਤਾ ਕਹੀਏ ਪੈਂਤੜਾ, ਭਾਵ ਰੱਖ ਦਿੱਤਾ। ਪੈਂਤੜਾ ਕਹੀਏ ਕਿਸੇ ਥਾਂ ਪਹੁੰਚਣ ਤੋਂ ਪਹਿਲਾਂ ਕੁਝ ਚਿਰ ਲਈ ਕਿਤੇ ਠਹਿਰਨ ਨੂੰ ਪੈਂਤੜਾ ਕਹਿੰਦੇ ਨੇ। ਤੇ ਹਿੰਦੂ ਮਤ ਦੇ ਅਨੁਸਾਰ ਜਿਵੇਂ ਕਿਸੇ ਯਾਤਰੂ ਦਾ ਬਾਹਰ ਯਾਤਰਾ ਤੇ ਜਾਣ ਲਈ ਅੱਜ ਹੀ ਮਹੂਰਤ ਨਿਕਲਦਾ ਹੋਵੇ, ਪਰ ਕਿਸੇ ਕਾਰਜ ਦੇ ਸਬੱਬ ਕਰਕੇ ਜਾਂ ਭਾਵ ਕੋਈ ਡਿੱਕਾ ਲੱਗ ਜਾਏ, ਬੰਦਾ ਨਾ ਜਾ ਸਕੇ, ਹਿੰਦੂ ਮਤ ਅਨੁਸਾਰ ਪੈਂਤੜਾ ਹੁੰਦਾ ਕੀ ਹੈ? ਜਿਵੇਂ ਕਿਤੇ ਜਾਣਾ ਯਾਤਰਾ ਤੇ ਅੱਜ ਹੀ ਮਹੂਰਤ ਨਿਕਲਦਾ ਹੋਵੇ, ਪਰ ਕੋਈ ਕਾਰਨ ਹੋ ਜੇ ਨਾ ਜਾ ਸਕੇ ਬੰਦਾ,
ਫਿਰ ਉਹ ਆਪਣੇ ਗਲ ਦਾ ਕੋਈ ਕੱਪੜਾ, ਤਾਂਬਾ, ਚੌਲ ਤੇ ਹਲਦੀ ਦੇ ਗੰਢ, ਇਹ ਚਾਰੇ ਚੀਜ਼ਾਂ ਇਕੱਠੀਆਂ ਕਰਕੇ ਸ਼ੁਭ ਮਹੂਰਤ ਸਮੇਂ ਉਸ ਪਾਸ ਰੱਖ ਦਿੰਦਾ ਹੈ। ਤੇ ਜਿਸ ਪਾਸੇ ਜਾਣਾ ਹੋਵੇ ਤੇ ਯਾਤਰਾ ਜਾਣ ਦੇ ਸਮੇਂ ਉਸ ਪੋਟਲੀ ਨੂੰ ਚੁੱਕ ਕੇ ਨਾਲ ਲੈ ਜਾਂਦਾ ਹੈ। ਇਹਨੂੰ ਪੈਂਤੜਾ ਜਾਂ ਪਾਇਤਾ ਕਹਿੰਦੇ ਨੇ। ਇੱਕ ਵਿਚਾਰ ਹੈ ਵੀ ਪਾਇਤਾ ਪੈਂਤੜਾ, ਉਹਨੂੰ ਉਹ ਪੈਂਤੜਾ ਕਹਿੰਦੇ ਨੇ। ਇਸੇ ਤਰ੍ਹਾਂ ਜੀਵ ਦੇ ਪਹਿਰਨ ਦਾ ਕੱਪੜਾ ਸਰੀਰ ਹੈ। ਕਰਮੀ ਆਵੇ ਕੱਪੜਾ, ਨਦਰੀ ਮੁਖ ਦੁਆਰ। ਜੀਵ ਦੇ ਪਹਿਰਨ ਦਾ ਕੱਪੜਾ ਜਿਹੜਾ ਹੈ ਉਹ ਸਰੀਰ ਹੈ। ਇਸ ਸਰੀਰ ਦੀ ਰਚਨਾ ਮਾਤਾ ਦੇ ਗਰਭ ਦੇ ਵਿੱਚ ਪਰਮਾਤਮਾ ਨੇ ਸ਼ੁਰੂ ਕਰ ਦਿੱਤੀ। ਮੰਨੋ ਇਹੀ ਜੀਵ ਦੀ ਸੰਸਾਰਕ ਯਾਤਰਾ ਲਈ ਪਹਿਲਾ ਪੈਂਤੜਾ ਧਰ ਰੱਖ ਦਿੱਤਾ ਹੈ। ਇਹ ਸਰੀਰ ਰੂਪੀ ਕੱਪੜਾ ਹੈ ਜੀ ਸਭ ਦੇ ਕੋਲ। ਜੇ ਸਰੀਰ ਰੂਪੀ ਕੱਪੜਾ ਹੈ ਸਭ ਦੇ ਕੋਲ ਤਾਂ ਜੀਵਨ ਆ, ਨਹੀਂ ਖਤਮ ਕਹਾਣੀ। ਉਹ ਕਹਿੰਦੇ ਪਹਿਲਾ ਪਹਿਰਾ ਜਿਹੜਾ ਪੈਂਤੜਾ ਜਿਹੜਾ ਮਾਲਕ ਨੇ ਮਾਤਾ ਦੇ ਉਦਰੈ ਮਾਹੇ ਉਦਰ ਦੇ ਵਿੱਚ ਰੱਖ ਦਿੱਤਾ ਹੈ, ਜੋ ਕਿ ਰਕਤ ਬਿੰਦ ਦਾ ਮਿਲਾਪ ਹੈ। ਮਾਂ ਕੀ ਰਕਤ ਪਿਤਾ ਵਿਦ ਧਾਰਾ, ਮੂਰਤ ਸੂਰਤ ਕਰ ਆਪਾਰਾ। ਪਰਮਾਤਮਾ ਨੇ ਮਾਂ ਕੀ ਰਕਤ, ਮਾਤਾ ਦਾ ਖੂਨ, ਪਿਤਾ ਦਾ ਬਿੰਦ, ਇਹ ਧਾਰਾ ਤੋਂ ਸੜੀ ਪੈਦਾਇਸ਼ ਹੈ। ਮੂਰਤ ਸੂਰਤ ਕਰ ਆਪਾਰਾ, ਆ ਮੂਰਤ ਸੂਰਤ ਜਿਹੜੀ ਆ ਘੜਨਾ ਕੀਤੀ ਹੈ, ਬਣਾਉਣਾ ਕੀਤੀ ਹੈ। ਤੇ ਜਦੋਂ ਤੱਕ ਜੀਵਾਂ ਦੇ ਜਿਉਣ ਦੀ ਮੋਹਲਤ ਕਹੀਏ ਅਵਧੀ ਕਰ ਦਿੱਤੀ ਹੈ, ਭਾਵ ਹੱਦ ਬੰਨਣਾ ਕੀਤੀ ਹੈ। ਜਦੋਂ ਤੱਕ ਜੀਵ ਕਰਮਾਂ ਨੂੰ ਕਮਾਉਂਦਾ ਹੈ, ਭਾਵ ਵਾਹਿਗੁਰੂ ਨੇ ਜੀਵ ਦੇ ਜਮਾਉਣ ਦੇ ਤਾਈਂ ਆਪਣੀ ਜੋਤ ਪਾ ਕੇ ਮਾਤਾ ਦੇ ਗਰਭ ਦੇ ਵਿੱਚ ਟਿਕਾ ਕੀਤਾ ਹੈ। ਰਕਤ ਅਤੇ ਬਿੰਦ ਦੇ ਮਿਲਾਪ ਤੋਂ ਪੈਦਾ ਹੋਣ ਤੋਂ ਜੀਵ ਦੀ ਪੈਦਾਇਸ਼ ਕੀਤੀ ਹੈ। ਜਿਸ ਪ੍ਰਕਾਰ ਪਹਿਲਵਾਨ ਆਪਣਾ ਦਿਨ ਦੱਸ ਕੇ ਕੁਸ਼ਤੀ ਕਰਨ ਲਈ ਪੈਂਤੜਾ ਰੱਖਦੇ ਨੇ, ਇਸੇ ਪ੍ਰਕਾਰ ਮਾਤਾ ਦੇ ਗਰਭ ਦੇ ਵਿੱਚ ਪੈਂਤੜਾ ਰੱਖਿਆ। ਸੱਚੇ ਪਾਤਸ਼ਾਹ ਜੀ ਨੇ ਮਾਤਾ ਦੇ ਧਰ ਵਿੱਚ, ਉਹਦੇ ਪੇਟ ਵਿੱਚ ਤੇਰੇ ਤਾਈਂ ਪੈਦਾ ਕੀਤਾ। ਐ ਜੀਵ ਤੂੰ ਅਕਾਲ ਪੁਰਖ ਪਰਮਾਤਮਾ ਦੀ ਆਗਿਆ ਨਾਲ ਜਨਮ ਧਾਰਨ ਕੀਤਾ ਹੈ। ਦੁਨਿਆਵੀ ਉਦਾਹਰਣਾਂ ਨੇ, ਗਿਆਨ ਜਿਹੜਾ ਹੈ ਅਧਿਆਤਮਕ ਹੈ, ਸਰੀਰ ਦੇ ਅੰਦਰ ਦਾ, ਨਾ ਕਿ ਬਾਹਰ ਦਾ। ਇਹ ਉਹ ਗਿਆਨ ਹੈ ਜਿਹਦੇ ਤੱਕ ਸਾਡੀ ਪਹੁੰਚ ਨਹੀਂ, ਅੰਦਰ ਦਾ। ਅਸੀਂ ਬਾਹਰ ਦਾ ਗਿਆਨ ਬੜਾ ਰੱਖਦੇ ਹਾਂ, ਧਿਆਨ ਇੱਧਰ ਉੱਧਰ ਬੜਾ ਬੰਦਾ ਖਿਆਲ ਕਰਦਾ। ਆਪਣੇ ਅੰਦਰ ਦਾ ਜਿਹੜਾ ਨਾ, ਅੰਦਰ ਦਾ ਖਿਆਲ, ਉਹਦੇ ਵੱਲ ਧਿਆਨ ਨਹੀਂ ਗਾ ਵੀ ਮੈਂ ਕੀ ਹਾਂ, ਮੇਰੀ ਜੋਤ ਕਿਵੇਂ ਧਰੀ ਹੈ, ਮੇਰੇ ਅੰਦਰ ਹੈ ਕੌਣ, ਕੌਣ ਬੋਲਦਾ ਹੈ, ਕੌਣ ਸੁਣਦਾ ਹੈ, ਕੌਣ ਵਹਿੰਦਾ ਹੈ। ਇਸ ਬਾਰੇ ਗਿਆਨ ਜਿਹੜਾ ਹੈ ਕਿਸੇ ਕਿਸੇ ਵਿਰਲੇ ਨੂੰ ਹੁੰਦਾ। ਕੋਈ ਜਾਣੈ ਕਬ ਨਹੀਂ ਹਾਂ ਜਗ ਮੀਤ, ਕੋਈ ਕੋਈ ਬੁਝਦਾ ਹੈ। ਤੇ ਧਰ ਪਾਇਤਾ ਉਦਰੈ ਮਾਹੇ, ਮਾਲਕ ਨੇ ਸਾਡਾ ਬਣਾਉਣਾ ਕੀਤਾ, ਸਾਡੀ ਪੈਦਾਇਸ਼ ਕੀਤੀ ਹੈ। ਉਹਦੀ ਕਿਰਪਾ ਨਾਲ, ਉਹਦੀ ਆਗਿਆ ਦੇ ਨਾਲ ਜਨਮ ਧਾਰਨ ਕੀਤਾ ਹੈ। ਤੇ 10 ਮਾਸੀ ਮਾਨਸ ਕੀਆ ਬਣਜਾਰਿਆ ਮਿੱਤਰਾ, ਕਰ ਮੋਹਲਤ ਕਰਮ ਕਮਾਹੇ। ਕਹਿੰਦੇ 10 ਮਾਸੀ, ਐ ਜੀਵ ਰੂਪ ਬਣਜਾਰੇ, ਤੈਨੂੰ 9 ਮਹੀਨੇ ਗੁਜ਼ਰ ਜਾਣ ਤੋਂ ਬਾਅਦ 10 ਕਹੀਏ 10ਵੇਂ ਮਾਸੀ ਕੀਆ, 10ਵੇਂ ਮਹੀਨੇ ਲੱਗਣ ਤੇ ਅਕਾਲ ਪੁਰਖ ਪਰਮਾਤਮਾ ਨੇ ਮਨੁੱਖਾ ਦੇ ਵਿੱਚ ਪੈਦਾ ਕੀਤਾ। ਭਾਵ 9 ਮਹੀਨੇ ਬੱਚਾ ਮਾਤਾ ਦੇ ਪੇਟ ਵਿੱਚ ਹੁੰਦਾ ਹੈ, ਉਦਰ ਚ ਹੁੰਦਾ ਹੈ। ਜਦੋਂ 10ਵਾਂ ਮਹੀਨਾ ਲੱਗਦਾ ਹੈ
ਫਿਰ ਮਹਾਰਾਜ ਪਰਮਾਤਮਾ ਜੀਵਨ ਬਖਸ਼ਦਾ ਹੈ, ਮਨੁੱਖਾ ਦੇਹ ਪੈਦਾ ਕਰਦਾ ਹੈ। ਜੋ ਵੀ ਕਰਨੀ ਸੀ ਉਸ ਦੇ ਅਨੁਸਾਰ ਪ੍ਰਾਲਬਧ ਬਣਾਉਣਾ ਕੀਤੀ ਕਿ ਤੂੰ ਇਤਨੇ ਸਾਲ ਜਿਉਣਾ ਹੈ, ਐਸਾ ਪ੍ਰਤਾਪ ਹੋਵੇਗਾ, ਇਤਨੀ ਜਸ ਵਡਿਆਈ ਹੋਣੀ ਹੈ, ਐਸੀ ਵਿਦਿਆ ਪ੍ਰਾਪਤ ਹੋਵੇਗੀ, ਐਨੀ ਦੌਲਤ, ਇਤਨਾ ਅਪਜਸ ਭਾਵ ਇਤਨੀ ਕੁ ਬੇਇੱਜ਼ਤੀ ਹੋਣੀ ਹੈ, ਇੰਨਾ ਕੁ ਜਸ ਹੋਣਾ ਸੰਸਾਰ 'ਚ, ਦੁਨੀਆ 'ਚ ਤੇਰਾ। ਜਿਹੜੇ ਤੇਰੇ ਕੀਤੇ ਹੋਏ ਕਰਮ ਨੇ ਉਹਦੇ ਅਨੁਸਾਰ ਅਕਾਲ ਪੁਰਖ ਪਰਮਾਤਮਾ ਨੇ ਮੋਹਲਤ ਕਹੀਏ ਅਰਸਾ ਭਾਵ ਹੱਦ ਬਣਾ ਦਿੱਤੀ ਹੈ। ਐਨੇ ਸਮੇਂ ਵਿੱਚ ਤੂੰ ਮੈਨੂੰ ਪ੍ਰਾਪਤ ਕਰ ਸਕਦਾ ਹੈ। ਨਿਸਕਾਮ ਕਰਮ ਕਰਕੇ ਤੇਰਾ ਚਿੱਤ ਸ਼ੁੱਧ ਹੋ ਸਕਦਾ ਹੈ ਤੇ ਭਗਤੀ ਕਰਕੇ ਤੂੰ ਮੈਨੂੰ ਮਿਲ ਸਕਦਾ ਹੈ। ਕਰ ਮੋਹਲਤ ਕਰਮ ਕਮਾਹੇ, ਮੈਂ ਤੈਨੂੰ ਭੇਜ ਦਿੱਤਾ, ਮੋਹਲਤ ਦੇਤੀ, ਸਮਾਂ ਦੇਤਾ, ਅੱਗੇ ਤੂੰ ਨਿਸਕਾਮ ਕਰਕੇ ਮੈਨੂੰ ਦੁਬਾਰਾ ਮਿਲ ਸਕਦਾ ਹੈ। ਮੋਹਲਤ ਕਰ ਦੀਨੀ ਕਰਮ ਕਮਾਣੇ, ਜੈਸਾ ਲਿਖਤ ਧੁਰ ਪਾਇਆ। ਸਤਿਗੁਰ ਕਹਿੰਦੇ ਆ ਜੀ, ਪਿਛਲੇ ਜਨਮ ਦੇ ਕੀਤੇ ਹੋਏ ਕਰਮਾਂ ਦੇ ਅਨੁਸਾਰ ਮੋਹਲਤ ਕਹੀਏ ਹੱਦ ਬਣਾਉਣਾ ਕੀਤੀ ਹੈ ਕਿ ਇੰਨੇ ਸਾਲ ਤੂੰ ਜੀਵਤ ਰਵੇਂਗਾ, ਇਸ ਤੋਂ ਵੱਧ ਜਿਉਂਦਾ ਨਹੀਂ ਰਹਿ ਸਕਦਾ। ਐ ਜੀਵ, ਜਿਹੋ ਜਿਹਾ ਤੇਰਾ ਕਰਤੱਵ ਸੀ ਉਹੋ ਜਿਹਾ ਧੁਰੋਂ ਹੀ ਅਕਾਲ ਪੁਰਖ ਪਰਮਾਤਮਾ ਨੇ ਤੇਰੇ ਲੇਖ ਦੇ ਜਿਹੜੇ ਲੇਖ ਲਿਖੇ ਨੇ ਮੱਥੇ ਤੇ, ਉਹ ਲਿਖ ਕਰਕੇ ਤੇਰੇ ਮੱਥੇ ਤੇ ਲੇਖ ਪਾਉਣਾ ਕੀਤੇ। ਪੁਰਾਣੇ ਸਮੇਂ ਵਿੱਚ ਜੀਵ ਜਿਵੇਂ ਕਿਸੇ ਨੂੰ ਕੈਦ ਕਰਨਾ ਹੋਵੇ ਨਾ, ਤਾਂ ਉਹਦੇ ਗਲ ਵਿੱਚ ਪਟਾ ਲਿਖ ਕੇ ਪਾ ਦਿੱਤਾ ਜਾਂਦਾ। ਉਸੇ ਤਰ੍ਹਾਂ ਇਸ ਦੇਹ ਦੇ ਅੰਦਰ ਪ੍ਰਵੇਸ਼ ਕਰਨ ਤੋਂ ਉਹਦੇ ਲੇਖ ਅਕਾਲ ਪੁਰਖ ਪਰਮਾਤਮਾ ਨੇ ਲਿਖ ਕੇ ਪਾ ਦਿੱਤੇ ਨੇ। ਕਰੀ ਲੋ ਕਲਮੰ ਲਿਖਿਓ ਲੇਖ ਮਾਥ। ਦਸਮ ਗ੍ਰੰਥ ਵਿੱਚ ਮਹਾਰਾਜ ਬਚਨ ਕਰਦੇ ਆ ਕਿ ਕਰੀ ਲੋ ਕਲਮ ਲਿਖਿਓ ਲੇਖ ਮਾਥੰ, ਜੋ ਮੱਥੇ ਤੇ ਸਾਨੂੰ ਨਹੀਂ ਦਿਖਦੇ ਹੋ। ਐਸੀ ਪੜ੍ਹਾਈ ਹੈ, ਐਸੀ ਉਹ ਲਿਖਤ ਹੈ, ਉਹ ਉਹੀ ਬੁਝਦਾ ਹੈ। ਨਾਲੇ ਪਾਏ ਹੋਏ ਨੇ, ਇੱਕ ਦੂਜੇ ਤੋਂ ਤਾਂ ਆਪਾਂ ਲੁਕੋ ਲੈਨੇ ਆਪਣੇ ਕਰਮ ਲੇਖ ਜਿਹੜੇ ਨੇ, ਉਹ ਰੱਬ ਤੋਂ ਨਹੀਂ ਲੁਕਦੇ ਜਿਹਨੇ ਲਿਖਣੇ ਨੇ। ਜੈਸੀ ਕਲਮ ਬੁੜੀ ਹੈ ਮਸਤਕ, ਤੈਸੀ ਜੀ ਅੜੇ ਪਾਸ। ਜਿਹੜੀ ਚੱਲੀ ਹੈ ਨਾ ਕਲਮ ਮੱਥੇ ਤੇ, ਉਹ ਸਾਡੇ ਕੋਲ ਆ। ਮਾਤ ਪਿਤਾ ਭਾਈ ਸੁਤ ਬਨਤਾ, ਤਿਨ ਭੀਤਰ ਪ੍ਰਭ ਸੰਜੋਇਆ। ਕਹਿੰਦੇ ਮਾਤਾ ਪਿਤਾ, ਭਾਈ ਪੁੱਤਰ, ਇਸਤਰੀ, ਇਹ ਸਕੇ ਸੰਬੰਧੀ ਹੋਰ ਜੋ ਵੀ ਨੇ ਪਰਿਵਾਰ ਵਿੱਚ, ਪ੍ਰਭੂ ਸੁਆਮੀ ਨੇ, ਮਾਲਕ ਨੇ, ਉਹਨਾਂ ਸੰਬੰਧੀਆਂ ਵਿੱਚ ਤੈਨੂੰ ਭਲੀ ਪ੍ਰਕਾਰ ਕਰਕੇ ਸੰਜੋਇਆ ਕਿ ਇਹ ਜੋੜ ਦਿੱਤਾ ਹੈ। ਤੇਰਾ ਚਿੱਤ ਉਹਨਾਂ ਸੰਬੰਧੀਆਂ ਵਿੱਚ ਸੰਜੋਗ ਵਸ ਹੋ ਗਿਆ। ਜਦੋਂ ਕਹਿੰਦੇ ਤੂੰ ਉਹਨਾਂ ਵਿੱਚ ਆ ਕੇ ਮਿਲ ਗਿਆ, ਤਾਂ ਤੂੰ ਐਸਾ ਆਖਣ ਲੱਗਾ ਕਿ ਇਹ ਮੇਰੀ ਮਾਤਾ ਹੈ, ਮੇਰਾ ਪਿਤਾ, ਮੇਰੇ ਘਰ ਵਾਲੀ, ਮੇਰੇ ਬੱਚੇ ਨੇ। ਇਸ ਪ੍ਰਕਾਰ ਤੂੰ ਉਹਨਾਂ ਵਿੱਚ ਜੁੜ ਗਿਆ। ਕਰਮ ਸੁਕਰਮ ਕਰਾਏ ਆਪੇ, ਇਸ ਜਨਤੈ ਬਸ਼ ਕਿਛ ਨਾਹੀਂ। ਕਹਿੰਦੇ ਅਕਾਲ ਪੁਰਖ ਪਰਮਾਤਮਾ ਵਾਹਿਗੁਰੂ ਜਿਨ੍ਹਾਂ ਉੱਤੇ ਕਰਮ ਕੀ ਕਿਰਪਾ ਦ੍ਰਿਸ਼ਟੀ ਕਰ ਦਿੰਦਾ ਹੈ, ਬਖਸ਼ਿਸ਼ ਕਰਦਾ ਹੈ, ਉਹਨਾਂ ਜੀਵਾਂ ਤੋਂ ਆਪ ਹੀ ਉਹ ਸੋ ਕਰਮ ਕਹੀਏ ਸ੍ਰੇਸ਼ਟ ਕਰਮ ਕਰਵਾ ਲੈਂਦਾ ਹੈ। ਜਿਨ੍ਹਾਂ ਤੇ ਉਹ ਕਿਰਪਾ ਕਰਦਾ ਨਾ, ਉਹਨਾਂ ਨੂੰ ਹੀ ਆ ਸ੍ਰੇਸ਼ਟ ਕਰਮ ਕਰਨ ਵਾਸਤੇ ਪ੍ਰੇਰਿਤ ਕਰਦਾ, ਉਹ ਕਿਰਪਾ ਕਰਦਾ ਹੈ। ਉਹ ਆਪ ਹੀ ਕਰਵਾ ਲੈਂਦਾ ਹੈ ਸ੍ਰੇਸ਼ਟ ਕਰਮ। ਉਹ ਜੀਵ ਅਕਾਲ ਪੁਰਖ ਪਰਮਾਤਮਾ ਦੀ ਰਜ਼ਾ ਵਿੱਚ ਚੱਲਦੇ ਹੋਏ ਇਹੋ ਕਹਿੰਦੇ ਨੇ, ਆਖਦੇ ਆ ਕਿ ਇਸ ਜਨਤਾ ਕਹੀਏ ਜੀਵ ਦੇ ਵਸ ਵਿੱਚ ਕੁਝ ਵੀ ਨਹੀਂ ਗਾ। ਉਹ ਵਾਹਿਗੁਰੂ ਹੀ ਸਾਡੇ ਕੋਲੋਂ ਸਮਾਨ ਕਰਮ ਸ੍ਰੇਸ਼ਟ ਕਰਮ
ਵਿਸ਼ੇਸ਼ ਪੁੰਨ ਦਾਨ ਕਰਨਾ, ਗਰੀਬੀ ਰੱਖਣੀ, ਪੁੰਨ ਕਰਨੇ, ਨੀਚ ਖਵਾਉਣਾ, ਹੰਕਾਰ ਛੱਡਣਾ, ਹੋਰ ਜੋ ਵੀ ਸ਼ੁਭ ਕਰਮ ਨੇ, ਐਸੇ ਕਰਮ ਕਮਾਉਂਦਾ ਹੈ ਕਿ ਜੇ ਲੋੜ ਹੈ ਚੰਗਾ ਆਪਣਾ, ਕਰ ਪੁੰਨੋ ਨੀਚ ਸਦਾਈ ਹੈ। ਜਿਹੋ ਜੀ ਜੀਵ ਦੀ ਕਰਨੀ ਅਨੁਸਾਰ ਪ੍ਰਾਲਬਧ ਬਣੀ ਹੈ, ਉਹਦੇ ਹਿਸਾਬ ਨਾਲ ਅਕਾਲ ਪੁਰਖ ਵਾਹਿਗੁਰੂ ਪ੍ਰੇਰਣਾ ਕਰਕੇ ਕਰਮ ਕਰਾਉਂਦਾ ਹੈ। ਇਹ ਪ੍ਰਮਾਤਮਾ ਅਕਾਲ ਪੁਰਖ ਦੀ ਨੇਤ ਹੈ ਕਿ ਇਸ ਜੀਵ ਦੇ ਵਸ ਕੁਝ ਵੀ ਨਹੀਂ, ਕਰਮਾਂ ਅਨੁਸਾਰ ਜੀਵ ਨੂੰ ਤੋਰਿਆ ਫੇਰਿਆ ਜਾਂਦਾ ਹੈ। ਇਹ ਜਦੋਂ ਅਸੀਂ ਮੁਨਕਰ ਹੋ ਜਾਂਦੇ ਆ ਨਾ, ਸਾਡੇ ਚੇਤੇ ਚ ਹੈ ਉਹਦੀ ਰਜਾ, ਕਿ ਉਹਦੀ ਰਜਾ ਤੋਂ ਬਿਨਾਂ, ਉਹਦੇ ਹੁਕਮ ਤੋਂ ਬਿਨਾਂ ਪੱਤਾ ਵੀ ਨਹੀਂ ਹਿਲਦਾ, ਸਭ ਜਾਣਦੇ ਆਪਾਂ। ਪਰ ਫਿਰ ਵੀ ਬੰਦਾ ਮਾੜੇ ਕਰਮ ਕਿਉਂ ਕਰਦਾ? ਫਿਰ ਤਾਂ ਉਹੀ ਕਰਾਉਂਦਾ ਨਹੀਂ ਜੀ। ਉਹ ਚੰਗੇ ਕਰਮ ਕਰਨ ਦਾ ਵੀ ਸਮਾਂ ਦਿੰਦਾ ਹੈ, ਉਹ ਉਦਮ ਬਖਸ਼ਦਾ ਹੈ। ਬੜੀ ਵਾਰ ਵਿਚਾਰ ਕੀਤੀ ਹੈ, ਸੰਗਤ ਵਿੱਚ ਆਉਣਾ ਉਹਨੇ ਬਖਸ਼ਤਾ, ਵੀ ਜਾ ਸੰਗਤ 'ਚ ਬਹਿ ਜਾ, ਰੱਬ ਰੱਬ ਕਰਿਆ ਕਰ। ਪਰ ਇੱਥੇ ਵੀ ਬੰਦੇ ਦੀ ਬਿਰਤੀ ਕਾਮ ਕ੍ਰੋਧ ਲੋਭ ਮੋਹ ਹੰਕਾਰ ਵਾਲੀ ਰਹੀ, ਫਿਰ ਇੱਥੇ ਆਉਣ ਦਾ ਉਹਨੂੰ ਲਾਹਾ ਨਹੀਂ ਮਿਲਣਾ, ਔਗੁਣ ਇਕੱਠੇ ਕਰਕੇ ਲਿਜਾਊ। ਉਹਦੇ ਕਰਮਾਂ ਅਨੁਸਾਰ ਹੀ ਜੀਵ ਨੂੰ ਤੋਰਿਆ ਫੇਰਿਆ ਜਾਂਦਾ। ਜਦੋਂ ਬੰਦਾ ਰਹਿਓ ਅਚੇਤਨਾ ਚੇਤਿਓ ਗੋਬਿੰਦ ਵਿਰਥਾ ਆ ਉਹਦੇ ਸਰਾਨੀ, ਅਚੇਤ ਹੋ ਜਾਂਦਾ ਬੰਦਾ, ਚੇਤਾ ਨਿਗਾ ਫੇਰਿਆ ਜਾਂਦਾ। ਕਹੋ ਨਾਨਕ ਪ੍ਰਾਣੀ ਪਹਿਲੇ ਪਹਿਰੈ ਤਰ ਪਾਇਤਾ ਉਦਰੈ ਮਾਹੈ, ਕਿ ਇਹ ਬੰਦੇ ਉਮਰ ਦੇ ਪਹਿਲੇ ਪਹਿਰ ਦੇ ਹਿੱਸੇ ਵਿੱਚ ਤੇਰਾ ਇਸ ਪ੍ਰਕਾਰ ਮਾਤਾ ਦੇ ਗਰਭ ਦੇ ਵਿੱਚ ਪੈਂਤੜਾ ਰੱਖਣਾ ਕੀਤਾ ਮਾਲਕ ਨੇ। ਪ੍ਰਮਾਤਮਾ ਨੇ ਮਾਤਾ ਦੇ ਧਰ ਕੀ ਨਾਭੀ ਦੇ ਚੱਕਰ ਦੇ ਅੰਦਰ ਤੇਰੇ ਤਾਈਂ ਪਾਉਣਾ ਕੀਤਾ ਹੈ। ਸਾਡੀ ਪੈਦਾਇਸ਼, ਸਾਡੀ ਉਤਪੱਤੀ ਉਹਨੇ ਕਰਨਾ ਕੀਤੀ ਹੈ। ਤੇ ਦੂਜਾ ਪਹਿਰ ਕਹੀਏ, ਦੂਜੇ ਪਹਿਰੇ ਰਹਿਣ ਕੈ ਬਣਜਾਰਿਆ ਮਿੱਤਰਾ, ਭਰ ਜਵਾਨੀ ਲਹਿਰੀ ਦੇ, ਕਿ ਇਹ ਜੀਵ ਰੂਪ ਬਣਜਾਰੇ ਜਦੋਂ ਤੇਰੀ ਉਮਰ ਰੂਪੀ ਰਾਤ ਦਾ ਦੂਜਾ ਪਹਿਰ ਆਇਆ, ਉਸ ਵੇਲੇ ਤੇਰੀ ਜਵਾਨੀ ਜਿਵੇਂ ਸੂਰਜ ਚੜ੍ਹਨ ਤੋਂ ਕਮਲ ਦੀਆਂ ਪਖੜੀਆਂ ਖਿੜ ਪੈਂਦੀਆਂ ਨੇ ਨਾ, ਕਮਲ ਦਾ ਫੁੱਲ ਖਿੜ ਪੈਂਦਾ ਤੇ ਮਹਿਕ ਆਉਣ ਲੱਗ ਪੈਂਦੀ ਹੈ, ਇਸੇ ਤਰ੍ਹਾਂ ਜਵਾਨੀ ਰੂਪ ਸੂਰਜ ਦੇ ਚੜ੍ਹਨ ਤੋਂ ਚਿੱਤ ਰੂਪੀ ਕਮਲ ਦੀਆਂ ਇੱਛਾ ਰੂਪੀ ਪੰਖੜੀਆਂ ਖਿੜ ਪੈਂਦੀਆਂ ਨੇ, ਉਹਦੇ ਵਿੱਚੋਂ ਵਾਸ਼ਨਾ ਰੂਪੀ ਮਹਿਕਾਂ ਨਿਕਲਣ ਲੱਗ ਪੈਂਦੀਆਂ ਨੇ। ਜਿਸ ਪ੍ਰਕਾਰ ਸਮੁੰਦਰ ਵਿੱਚ ਪਾਣੀ ਦੀਆਂ ਲਹਿਰਾਂ ਉੱਠਦੀਆਂ ਨੇ, ਉਸ ਪ੍ਰਕਾਰ ਜਵਾਨੀ ਰੂਪ ਸਮੁੰਦਰ ਵਿੱਚ ਕਾਮ ਕ੍ਰੋਧ ਲੋਭ ਮੋਹ ਹੰਕਾਰ ਦੀਆਂ ਲਹਿਰਾਂ ਜਿਹੜੀਆਂ ਨੇ ਉੱਠਣੀਆਂ ਸ਼ੁਰੂ ਹੋ ਜਾਂਦੀਆਂ ਜੀ। ਉਸ ਵਕਤ ਕਿਸੇ ਦੇ ਤਾਈਂ ਦਿਲ ਵਿੱਚ ਐਸਾ ਖਿਆਲ ਨਹੀਂ ਆਉਂਦਾ ਕਿ ਭਾਈ ਗੁਰਦਾਸ ਜੀ ਗੁਰੂ ਘਰ ਦੇ ਵੇਦ ਵਿਆਸ, ਦੇਖ ਪਰਾਈਆਂ ਚੰਗੀਆਂ ਮਾਵਾਂ ਭੈਣਾਂ ਧੀਆਂ ਜਾਣਾ, ਖਿਆਲ ਨਹੀਂ ਆਉਂਦਾ ਲਾਲਚ ਹੈ, ਕ੍ਰੋਧ ਦਾ, ਕਾਮ, ਗਲਤ ਵਾਸ਼ਨਾਵਾਂ। ਉਸ ਵਕਤ ਫਿਰ ਅੰਦਰ ਲਹਿਰਾਂ ਉੱਠਦੀਆਂ ਨੇ। ਜਦੋਂ ਜਵਾਨੀ ਰੂਪੀ ਸੂਰਜ ਚੜ੍ਹਦਾ ਹੈ, ਹੁਣ ਬੱਚਾ ਤਾਂ ਕੋਰਾ ਕਾਗਜ਼ ਹੈ ਜੀ, ਉਹਦੇ ਅੰਦਰ ਏਦਾਂ ਦੀਆਂ ਭਾਵਨਾ ਕੋਈ ਨਹੀਂ ਗੀਆਂ। ਆ ਜਦੋਂ ਜਵਾਨੀ ਰੂਪੀ ਸੂਰਜ ਚੜ੍ਹ ਗਿਆ, ਉਦੋਂ ਇਹ ਲਹਿਰਾਂ ਜਿਹੜੀਆਂ ਨੇ ਨਾ ਧੱਕਾ ਮਾਰਨਗੀਆਂ। ਧੱਕਾ ਹਰ ਇੱਕ ਨੂੰ ਵੱਜਦਾ, ਸੂਰਜ ਚੜ੍ਹਦਾ ਉਹ ਕੋਈ ਫਿਰ ਮਨ ਵਸਿਆ ਆਵੇ ਨਾਨਕਾ, ਜੇ ਪੂਰਨ ਕਿਰਪਾ ਹੋਏ। ਇਹਨਾਂ ਨੂੰ ਕੋਈ ਕੰਟਰੋਲ ਕਰ ਸਕਦਾ ਨਹੀਂ, ਫਿਰ ਆਪਾਂ ਨੂੰ ਪਤਾ ਵੀ ਕਿਆ ਬਣਦਾ ਬੰਦੇ ਨਾਲ। ਇਹ ਸੰਕਲਪ ਵੀ ਭੁੱਲ ਜਾਂਦੇ ਨੇ। ਸਾਰਿਆਂ ਦੇ ਤਾਈਂ ਵਿਕਾਰਾਂ ਦੀ ਦ੍ਰਿਸ਼ਟੀ ਨਾਲ ਤੱਕਦਾ ਰਹਿੰਦਾ ਬੰਦਾ ਹਰ ਟਾਈਮ, ਅੰਦਰ ਵਿਕਾਰੀ ਨਜ਼ਰ। ਭਾਵ ਦੇਖ ਪਰਾਈਆਂ ਚੰਗੀਆਂ ਮਾਵਾਂ ਭੈਣਾਂ ਧੀਆਂ ਜਾਣਾ। ਬਗਲ ਸਮਾਧੀ ਹੁੰਦੀ ਹੈ, ਕੇਵਲ ਅੱਖੀਂ ਬੰਦ ਹੁੰਦੀਆਂ ਨੇ, ਪਰ ਸੁਰਤ ਵਿੱਚ ਕੁਝ ਹੋਰ ਚੱਲਦਾ ਹੈ। ਗੁਰਬਾਣੀ ਸਾਡੇ ਅੰਦਰ ਦਾ ਨਕਸ਼ਾ ਖਿੱਚਦੀ, ਅਸੀਂ ਮੰਨੀਏ ਨਾ ਮੰਨੀਏ, ਪਰ ਮਹਾਰਾਜ ਸਾਡੇ ਅੰਦਰ ਦੀ ਫਿਲਮ ਜਿਹੜੀ ਹੈ ਨਾ ਚੱਲਦੀ, ਅੰਦਰ ਦ੍ਰਿਸ਼ਟੀ ਬਿਰਤੀ ਸੰਕਲਪ ਵਿਕਲਪ ਫੁਰਨੇ ਗੰਦੀਆਂ ਵਾਸ਼ਨਾਵਾਂ, ਉਹਨਾਂ ਸਭ ਦਾ ਦ੍ਰਿਸ਼
ਫਿਲਮ ਜਿਹੜੀ ਅੰਦਰ ਚੱਲਦੀ ਆ ਸਾਡੇ ਬਾਹਰ ਕੱਢ ਕੇ ਰੱਖ ਰਹੇ ਕਿ ਬੰਦਿਆ ਆ ਕੁਛ ਕਰਦਾ ਹੈ, ਖਿਆਲ ਕਰ ਲਈ ਕਿੱਧਰ ਨੂੰ ਚੱਲਿਆ। ਬੁਰਾ ਭਲਾ ਨਾ ਪਛਾਣਨੀ ਬਣਜਾਰਿਆ ਮਿੱਤਰਾ, ਮਨ ਮੱਤਾ ਅਹਮੇ। ਐ ਜੀਵ ਰੂਪ ਬਣਜਾਰੇ ਤੂੰ ਬੁਰਾ ਭਲਾ ਨਹੀਂ ਪਛਾਣਦਾ, ਕਿਉਂਕਿ ਤੇਰਾ ਮਨ ਹੰਕਾਰ ਵਿੱਚ ਮਸਤਿਆ ਹੋਇਆ। ਪਰਾਏ ਦੇ ਘਰਾਂ ਵਿੱਚ ਤੱਕਣਾ, ਚੋਰੀ ਕਰਕੇ ਖਾਣਾ, ਇਹ ਸਭ ਕੁਝ ਬੁਰਾ ਹੈ। ਪਤਾ ਸਭ ਨੂੰ ਚੋਰੀ ਕਰਨੀ ਚੰਗੀ ਥੋੜੀ ਜੀ, ਬੁਰੀ ਆ ਨਾ, ਬੰਦਾ ਫਿਰ ਵੀ ਕਰਦਾ। ਬੁਰਾ ਭਲਾ ਨਾ ਪਛਾਣਨੀ, ਚੰਗਾ ਮਾੜਾ ਪਤਾ ਹੁੰਦਾ ਸਭ ਨੂੰ ਜੀ, ਇਹ ਮੱਤ ਹੁੰਦੀ ਆ ਸਭ ਨੂੰ। ਪਰ ਇੱਥੇ ਸੁਮੱਤ ਜਿਹੜੀ ਆ ਨਾ, ਸੁਮੱਤ ਕਹੀਏ ਸ੍ਰੇਸ਼ਟ ਮੱਤ। ਮੱਤ ਤਾਂ ਭੈੜੀ ਵੀ ਹੁੰਦੀ ਆ ਬੰਦੇ ਦੀ। ਹੁਣ ਜਿਹੜਾ ਬੰਦਾ ਚੋਰੀ ਠੱਗੀ ਕਰਦਾ ਹੈ, ਗਲਤ ਵਾਸ਼ਨਾਵਾਂ ਚ ਜਾਂਦਾ ਹੈ, ਉਹ ਭੈੜੀ ਮੱਤ ਆ ਨਾ ਬੰਦੇ ਦੀ। ਕਿ ਮਨ ਰੇ ਕੌਣ ਕੁਮੱਤ ਤੈ ਲੀਨੀ, ਕਿਹੜੀ ਕੁਮੱਤ, ਕਿਹੜੀ ਭੈੜੀ ਮੱਤ ਲੈ ਲਈਗੀ। ਪਰਦਾਰਾ ਨਿੰਦਿਆ ਰਸ ਰਚਿਓ, ਰਾਮ ਭਗਤ ਨੇ ਕੀਨੀ। ਭੈੜੀ ਮੱਤ। ਇੱਥੇ ਸੁਮੱਤ ਲੈਣੀ, ਆਪਾਂ ਸਮੱਤ ਲੈਣ ਆਉਨੇ ਆ, ਸੋਝੀ ਲੈਣ ਆਉਨੇ ਆ। ਗੁਰੂ ਦੁਆਰੇ ਹੋਏ ਸੋਝੀ ਪਾਏ ਸੀ। ਸ੍ਰੇਸ਼ਟ ਮੱਤ ਜਿਹਨੂੰ ਆਪਾਂ ਕਹਿੰਦੇ ਆ, ਸ਼ੁਭ ਸ੍ਰੇਸ਼ਟ ਮੱਤ ਲੈਣਾ ਕਰਨੀ ਆ ਗੁਰੂ ਤੋਂ। ਬੁਰਾ ਭਲਾ ਸਭ ਨੂੰ ਪਤਾ ਹੈ, ਪਰ ਮਨ ਜਾਣਤ ਸਭ ਬਾਤ, ਜਾਣਤ ਹੀ ਔਗਣ ਕਰੈ, ਕਾਹੇ ਕੀ ਕੁਸ਼ਲਾਤ ਹਾਥ ਦੀਪ ਕੂਏ ਪਰ। ਇਹ ਕਿਹੜੀ ਕੁਸ਼ਲਤਾ ਜੀ? ਹੱਥ ਵਿੱਚ ਦੀਵਾ ਵੀ ਆ, ਪਤਾ ਕਿ ਚੋਰੀ ਕਰਨੀ, ਚੀਜ਼ ਚੱਕਣੀ ਮਾੜੀ ਆ, ਬੇਕਾਰ ਕਰਨੇ ਮਾੜੇ ਨੇ, ਕਿਸੇ ਦਾ ਹੱਕ ਖਾਣਾ ਮਾੜਾ ਹੈ। ਫਿਰ ਹੁਣ ਅੰਨਾ ਕੌਣ ਹੋਇਆ, ਮੂਰਖ ਕੌਣ ਹੋਇਆ, ਆਪਾਂ ਜਾਂ ਗੁਰੂ? ਅੰਦਰ ਦਾ ਦ੍ਰਿਸ਼ ਆ ਸਾਡਾ। ਸਤਿਗੁਰ ਕਹਿੰਦੇ ਭੈੜੀ ਮੱਤ ਹੈ, ਬੁਰਾ ਭਲਾ ਤੂੰ ਪਛਾਣਦਾ ਨਹੀਂ ਆਪਣਾ। ਅੱਜ ਨਹੀਂ ਤਾਂ ਕੱਲ ਆ ਕੀਤੇ ਵੇ ਕਰਮਾਂ ਦਾ ਹਿਸਾਬ ਕਿਤਾਬ ਜਿਹੜਾ ਹੈ ਪ੍ਰੇਮੀਓ ਦੇਣਾ ਪੈਣਾ। ਕਿਉਂਕਿ ਮਨ ਜਿਹੜਾ ਨਾ ਜੀ ਬੰਦੇ ਦਾ ਹੰਕਾਰੀ ਹੈ, ਹੰਕਾਰ ਦੇ ਵਿੱਚ ਹੈ। ਮੈਨੂੰ ਲੱਗਦਾ ਕਿ ਮੈਂ ਇੱਦਾਂ ਹੀ ਰਹਿਣਾ, ਮੇਰੇ ਮਨ ਵਿੱਚ ਇਹ ਖਿਆਲ ਆ ਮੈਂ ਜਵਾਨ ਹੀ ਰਹੂੰਗਾ, ਮੈਨੂੰ ਕਿਸੇ ਦੀ ਲੋੜ ਨਹੀਂ ਪੈਣੀ ਸਹਾਰੇ ਦੀ, ਮੈਂ ਇੱਦਾਂ ਹੀ ਭੱਜਿਆ ਨੱਠਿਆ ਰਹੂੰਗਾ। ਇੱਕ ਦਿਨ ਉਹ ਆਉਣਾ, ਸਰੀਰ ਚੱਲਣੋਂ ਫਿਰਨਾ ਬੰਦ ਹੋ ਜੂ। ਵੇਖਨੇ ਆਪਾਂ ਦੁਨੀਆ 'ਚ ਬੜੇ ਲੋਕ ਦੁਖੀ ਨੇ ਜੀ, ਬੜਾ ਨਰਕਾਂ ਭਰੀ ਭੈੜੀ ਜ਼ਿੰਦਗੀ ਉਹ ਜਿਉ ਰਹੇ ਨੇ। ਰੱਬ ਤੋਂ ਡਰਿਆ ਕਰੋ, ਇਹੀ ਬੇਨਤੀ ਕਰੀਏ, ਰੱਬਾ ਇੱਧਰ ਨੂੰ ਨਾ ਲਿਆਈ, ਕੋਰਟ ਕਚਹਿਰੀਆਂ ਤੋਂ ਹਸਪਤਾਲਾਂ ਤੋਂ ਬਚਾਈ। ਬੰਦਾ ਇਹੀਓ ਕਰਦਾ ਅਰਦਾਸ। ਉੱਥੇ ਜਾ ਕੇ ਫਿਰ ਸਭ ਕੁਛ, ਨਾਲੇ ਆਪਾਂ ਨੂੰ ਪਤਾ ਹੈ ਵੀ ਰਿਸ਼ਤੇ ਨਾਤੇ ਸਭ ਸਾਥ ਛੱਡ ਜਾਂਦੇ ਨੇ। ਹਸਪਤਾਲਾਂ 'ਚ ਰੱਬ ਨਾ ਕਰੇ ਕਿਸੇ ਨੂੰ ਲਿਜਾਵੇ, ਜਾਈਦਾ ਨਾ, ਉੱਥੇ ਕੋਈ ਨਹੀਂ ਜੀ ਕਿਸੇ ਦਾ ਹੁੰਦਾ। ਵੇਖਦੇ ਆ ਮਾਂ ਪਿਓ ਰੋ ਰਹੇ ਨੇ, ਕੋਈ ਭਾਈ ਭੈਣ ਹੈ ਉਹਨਾਂ ਦਾ ਨੂੰ ਕੋਈ ਸਹਾਰਾ ਬਣਿਆ ਹੋਇਆ, ਇੱਦਾਂ ਹੀ ਵਿਚਾਰੇ। ਉਹ ਫਿਰ ਜਿਹੜੇ ਉੱਥੇ ਹੁੰਦੇ ਆ ਨਾ ਪਹੁੰਚੇ ਹੋਏ ਮਰੀਜ਼ ਹੀ, ਉਹੀ ਇੱਕ ਦੂਜੇ ਦਾ ਸਹਾਰਾ ਬਣਦੇ ਨੇ। ਪਰ ਜਿਹੜੇ ਅਸਲੀ ਰਿਸ਼ਤੇ ਨਾਤੇ ਹੁੰਦੇ ਨੇ ਉਹਨਾਂ 'ਚ ਕੋਈ ਜਾਂਦੀ ਨਹੀਂ ਪਤਾ ਲੈਣ, ਫੋਨ ਕਰਕੇ ਵੀ ਨਹੀਂ ਪੁੱਛਦੇ, ਗੱਲ ਛੱਡੋ ਵੀ ਕੁਛ ਮੰਗ ਨਾ ਲੈਣ। ਡਰ ਲੱਗਦਾ ਉਹਨਾਂ ਨੂੰ, ਡਰ ਲੱਗਣ ਲੱਗ ਜਾਂਦਾ। ਪਰ ਇਹ ਨਹੀਂ ਸੋਚਦੇ ਇੱਕ ਦਿਨ ਕਿਆ ਪਤਾ ਸਾਨੂੰ ਵੀ ਜਾਣਾ ਪਵੇ ਉੱਥੇ। ਲੈਣ ਨੂੰ ਦੇਣਾ ਜੀ, ਚੰਗਾ ਮਾੜਾ ਸਭ ਨੂੰ ਪਤਾ ਹੈ, ਪਰ ਹੰਕਾਰੀ ਹੈ ਬੰਦਾ, ਭੁੱਲ ਜਾਂਦਾ, ਮਸਤਿਆ ਰਹਿੰਦਾ, ਮਸਤ ਹੈ ਕਿ ਕੁਛ ਨਹੀਂ ਹੁੰਦਾ, ਆਪਾਂ ਨੇ ਕਿਸੇ ਤੋਂ ਕਿਆ ਲੈਣਾ। ਤੇ ਪਰਾਏ ਦੇ ਘਰਾਂ ਵਿੱਚ ਤੱਕਣਾ, ਚੋਰੀ ਕਰਕੇ ਖਾਣਾ, ਇਹ ਸਭ ਕੁਛ ਬੁਰਾ ਹੈ। ਆਪਣੇ ਧਰਮ ਵਿੱਚ ਰਹਿਣਾ, ਆਪਣੇ ਹੱਥੀਂ ਕਮਾ ਕੇ ਖਾਣਾ, ਇਹ ਭਲਾ ਹੈ। ਤੂੰ ਇਸ ਦੀ ਪਹਿਚਾਣ ਨਹੀਂ ਕਰਦਾ, ਸਗੋਂ ਇਹ ਕਹਿਣਾ ਹੈ ਕਿ ਧਰਮ ਡਰਾਉਣ ਧਮਕਾਉਣ ਲਈ ਬਣਾਏ ਨੇ। ਬੰਦੇ ਨੂੰ ਲੱਗਦਾ ਕਿ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਜਿਹੜੀ ਆ ਵੀ ਡਰਾਉਂਦੀ ਆ, ਧਮਕਾਉਂਦੀ ਆ, ਨਹੀਂ, ਸਮਝਾਉਂਦੀ ਹੈ ਕਿ ਸੱਜਣਾ ਐ ਕਰ ਕਰੇ ਸੋਇ ਕਰ ਪਾਏ, ਜਿਹੋ ਜਿਹਾ ਕਰੇਗਾ ਉਹੋ ਜਿਹਾ ਭਰੇਗਾ। ਆਪਾਂ ਵੇਖਦੇ ਆ ਨਾ ਦੁਨੀਆ 'ਚ ਕਈਆਂ ਦੇ ਕਰਮਾਂ ਦਾ ਸਾਨੂੰ ਪਤਾ ਹੈ ਵੀ ਇਹਨੇ ਆਹ ਕੁਛ ਕੀਤਾ ਹੈ, ਇਹਦੇ ਨਾਲ ਤਾਂ ਇਹ ਹੋਇਆ।
ਕਈ ਵਾਰ ਬੰਦਾ ਕਰ ਜਾਂਦਾ, ਨਹੀਂ ਹੁੰਦਾ, ਅਗਲਾ ਆਪਾਂ ਸੋਚਦੇ ਹਾਂ ਵੀ ਇਹਦੇ ਨਾਲ ਤਾਂ ਕੁਛ ਮਾੜਾ ਹੋਇਆ ਨਹੀਂ, ਬੜਾ ਇਹ ਪਾਪ ਕਰਦਾ ਰਿਹਾ ਦੁਨੀਆ 'ਚ ਰਹਿ ਕੇ, ਪਰ ਇਹ ਸੌਖੀ ਚਲਾ ਗਿਆ। ਅਸਲ ਦੇ ਵਿੱਚ ਉਹ ਕੀ ਹੁੰਦਾ ਭਾਈ, ਕਈ ਵਾਰ ਬੰਦੇ ਦੀ ਉਮਰ ਜਿਹੜੀ ਆ ਨਾ ਘਟ ਜਾਂਦੀ ਆ, ਕਰਮ ਵੱਧ ਜਾਂਦੇ ਨੇ, ਫਿਰ ਉਹਨਾਂ ਨੂੰ ਉਹ ਕੀਤੇ ਵੇ ਕਰਮਾਂ ਨੂੰ ਭੋਗਣ ਵਾਸਤੇ ਦੁਬਾਰਾ ਸਰੀਰ ਲੈਣਾ ਪੈਣਾ। ਕਾਹਦਾ ਸਰੀਰ ਮਿਲਦਾ? ਕਿਸੇ ਬੰਦੇ ਦਾ ਮਿਲਦਾ, ਪਸ਼ੂ ਦਾ ਮਿਲਦਾ, ਕਿਸੇ ਸੱਪ ਦਾ ਮਿਲਦਾ, ਪੰਛੀ ਦਾ ਮਿਲਦਾ, ਉਹ ਖੁਦਾ ਜਾਣਦਾ, ਪਰ ਉਹ ਕਰਮ ਆ ਕੇ ਭੋਗਣੇ ਪੈਣਗੇ। ਅਗਲੀ ਵਿਚਾਰ, ਕਈ ਬੰਦਿਆਂ ਦਾ ਜੀਵਨ ਸਾਧਾਂ ਵਰਗਾ ਹੁੰਦਾ, ਜਮਾਂ ਭੋਲੇ ਭਾਲੇ, ਸਾਰਾ ਪਰਿਵਾਰ ਹੀ, ਦੁੱਖ ਇੰਨੇ ਨੇ ਅੰਤਾਂ ਦੇ ਕਹਿ ਨਹੀਂ ਸਕਦੇ। ਉਹਨਾਂ ਨੇ ਆਪਣੀ ਸੁਰਤ 'ਚ ਵੀ, ਆਪਣੇ ਵਹਿੰਦਿਆਂ ਵੀ ਕਦੇ ਕੁਛ ਮਾੜਾ ਨਹੀਂ ਕੀਤਾ ਹੁੰਦਾ, ਪਰ ਇੰਨੇ ਦੁਖੀ ਨੇ। ਆਪਾਂ ਕਹਿੰਦੇ ਵੀ ਇਹਨੇ ਕਦੇ ਕਿਸੇ ਦਾ ਮਾੜਾ ਨਹੀਂ ਕੀਤਾ, ਕੁੱਤੇ ਦੇ ਡੰਡਾ ਨਹੀਂ ਮਾਰੇ, ਇਹਨੂੰ ਇੰਨਾ ਕੁਛ ਕਿਉਂ ਹੋਇਆ, ਕਿਉਂ ਮਿਲਿਆ? ਉਹੀ ਵਿਚਾਰਾ ਵੀ ਪਤਾ ਨਹੀਂ ਉਹਨੇ ਕਿਹੜੇ ਜਨਮ ਦਾ, ਕਿਹੜੇ ਕਰਮ ਦਾ ਬੀਜਿਆ ਹੋਏਗਾ, ਉਹ ਨਾਲੇ ਆਉਂਦਾ। ਕੇਵਲ ਅਸੀਂ ਸਰੀਰ ਬਦਲਦੇ ਹਾਂ, ਕਰਮ ਸਾਡੇ ਉਹੀ ਆਉਂਦੇ ਨੇ, ਮਨ ਸਾਡਾ ਉਹੀ ਆ, ਆਤਮਾ ਸਾਡੀ ਉਹੀ ਆ। ਕੀਤੇ ਹੋਏ ਕਰਮ ਜਿਹੜੇ ਨੇ, ਭਾਵ ਜਨਮ ਜਨਮ ਕੀ ਇਸ ਮਨ ਕੋ ਮਲ ਲਾਗੀ, ਕਾਲਾ ਹੋਆ ਸਿਆ, ਜਨਮਾਂ ਜਨਮਾਂ ਦੀ ਮੈਲ ਲੱਗੀ ਹੁੰਦੀ ਹੈ। ਹੁਣ ਕਈ ਜਨਮਾਂ 'ਚ ਆਪਾਂ ਘੁੰਮਣਾ ਪਏਗਾ ਨਾ, ਜੁਗਾਂ ਜੁਗਾਂਤਰਾਂ ਤੋਂ ਆ ਰਹੇ ਹਾਂ ਘੁੰਮਦੇ, ਤੇ ਉਹ ਕੀਤੇ ਵੇ ਕਰਮਾਂ ਨੂੰ ਕਈ ਜਨਮਾਂ ਦੇ ਜਿਹੜੇ ਨੇ, ਪਤਾ ਨਹੀਂ ਫਿਰ ਕਿਹੜੇ ਜਨਮ 'ਚ ਆ ਕੇ ਭੁਗਤਣੇ ਪੈਣ। ਧਰਮ ਜਿਹੜੇ ਡਰਾਉਣ ਧਮਕਾਉਣ ਲਈ ਨਹੀਂ, ਸੋਝੀ ਦਿੰਦੇ ਨੇ। ਕੋਈ ਵੀ ਧਰਮ ਮਾੜਾ ਨਹੀਂ, ਬੰਦੇ ਚੰਗੇ ਮਾੜੇ ਹੁੰਦੇ ਨੇ। ਧਰਮ ਸਿੱਧਾ ਰਾਹ ਦਰਸਾਉਂਦਾ ਹੈ, ਉਹ ਵਿੱਚ ਪਖੰਡ ਪਾ ਦੇ ਮੇਰੇ ਵਰਗਾ ਗੱਲ ਵੱਖਰੀ ਆ। ਹਰ ਇੱਕ ਧਰਮ ਪ੍ਰੇਮ ਕਰਨਾ ਸਿਖਾਉਂਦਾ ਹੈ, ਡਰਾਉਂਦਾ ਨਹੀਂ, ਧਮਕਾਉਂਦਾ ਨਹੀਂ, ਸਿੱਧਾ ਰਾਹ ਦਿਖਾਉਂਦਾ ਹੈ। ਆਮ ਜੂਨਾ ਵਾਲਾ ਆਦਮੀ ਕੋਈ ਵੀ ਕਰਮ ਕਰ ਲਵੇ, ਸਭ ਕੁਝ ਹਜਮ ਹੋ ਜਾਂਦਾ ਹੈ। ਇਸ ਤਰ੍ਹਾਂ ਦੇ ਵਿਚਾਰ ਕਰਨਾ ਕਰਦਾ ਹੈ। ਤੇਰਾ ਮਨ ਹੰਕਾਰ ਦੇ ਨਿਸ਼ਚੇ ਵਿੱਚ ਬਹੁਤ ਮਸਤਿਆ ਹੋਇਆ। ਬੰਦਾ ਕਹਿੰਦਾ ਵੀ ਜਿਹੋ ਜਿਹੀ ਮਰਜ਼ੀ ਜ਼ਿੰਦਗੀ ਜਿਉਂ, ਬਸ ਹੱਸੋ ਖੇਡੋ, ਜੋ ਮਰਜ਼ੀ ਖਾਓ ਪੀਓ। ਬੰਦਾ ਰਾਖਸ਼ ਬੁੱਧੀ, ਪਸ਼ੂ ਬਿਰਤੀ, ਰਾਖਸ਼ ਬਿਰਤੀ, ਬੜਾ ਕੁਛ ਕਰਦਾ ਹੈ ਜੀ, ਪਰ ਇਹ ਨਹੀਂ ਵੇਂਦਾ ਕਿ ਅੰਤ ਨੂੰ ਇੱਕ ਦਿਨ ਇਹਨਾਂ ਦਾ ਖਮਿਆਜਾ ਭੁਗਤਣਾ ਪੈਣਾ। ਇਹ ਲੱਗਦਾ ਵੀ ਅੱਜ ਕਿਹੜਾ ਕਿਸੇ ਦੀ ਲੋੜ ਹੈ, ਤੇ ਪ੍ਰੇਮੀਓ ਫਿਰ ਇੱਕ ਦਿਨ ਐਸਾ ਆ ਜਾਂਦਾ, ਕੀਤੇ ਵੇ ਕਰਮਾਂ ਤੇ ਪਛਤਾਉਂਦਾ ਹੈ। ਬੁਰਾ ਭਲਾ ਨਾ ਪਛਾਣੈ ਪ੍ਰਾਣੀ, ਆਗੇ ਪੰਥ ਕਰਾਰਾ। ਕਹਿੰਦੇ ਮੰਦੇ ਕਰਮ ਕਰਨੇ, ਪਾਪ ਕਰਨੇ, ਸ਼ਰਾਬ ਪੀਣੀ, ਚੋਰੀ ਕਰਨੀ, ਖੋਟੇ ਕਰਮ ਕਰਨੇ, ਸੰਗਤ ਕਰਨੀ, ਅਗਲੀ ਬੇਨਤੀ ਸਤਸੰਗਤ ਕਰਨੀ, ਨੇਕੀ ਕਰਨੀ, ਸੇਵਾ ਕਰਨੀ, ਸਾਰਿਆਂ ਨਾਲ ਪਿਆਰ ਕਰਨਾ, ਇਹ ਚੰਗੇ ਕਰਮ ਨੇ। ਐਸੇ ਬੁਰੇ ਅਤੇ ਭਲੇ ਕਰਮ ਨੂੰ ਪਛਾਣਦਾ ਨਹੀਂ। ਅੱਗੇ ਪਰਲੋਕ ਦਾ ਰਸਤਾ ਜਿਹੜਾ ਬੜਾ ਕਰਾਰਾ ਕਹੀਏ, ਕਠਨ ਹੈ ਜੀ। ਜਿਸ ਤਰ੍ਹਾਂ ਤਿਲਾਂ ਨੂੰ ਤੇਲ ਕੱਢਣ ਵਾਸਤੇ ਕੋਹਲੂ ਵਿੱਚ ਪੀੜਿਆ ਜਾਂਦਾ ਨਾ, ਉਸੇ ਤਰ੍ਹਾਂ ਇਹ ਖੰਡੈ ਧਾਰ ਗਲੀ ਅਤ ਭੀੜੀ, ਲੇਖਾ ਲੀਜੈ ਤਿਲ ਜਿਉ ਪੀੜੀ। ਜਿਵੇਂ ਤਿਲਾਂ ਨੂੰ ਪੀੜਿਆ ਜਾਂਦਾ ਕੋਹਲੂ ਦੇ ਵਿੱਚ, ਏਦਾਂ ਫਿਰ ਜੀਵਨ ਪੀੜਿਆ ਜਾਂਦਾ ਜੀ। ਪੂਰਾ ਸਤਿਗੁਰ ਕਬੂ ਨਾ ਸੇਵਿਆ, ਸਿਰ ਠਾਢੈ ਜਮ ਜੰਧਾਰਾ। ਕਹਿੰਦੇ ਪੂਰੇ ਗੁਰੂ ਨੂੰ ਕਦੇ ਵੀ ਸਿਮਰਨਾ ਨਹੀਂ ਕੀਤਾ, ਭਜਨ ਨਹੀਂ ਕੀਤਾ, ਤੇਰੇ ਸਿਰ ਉੱਪਰ ਜਲਾਦਾਂ ਦੀ ਨਿਆਈ ਜੰਦਾਰਾ ਕੀਏ, ਜਿੰਦ ਦਾ ਬੈਰੀ ਭਾਵ ਦੁਸ਼ਮਣ ਬਣ ਕੇ ਜੰਦਾਰਾ ਕੀਏ, ਡੰਡਾ ਲੈ ਕੇ ਉਹ ਖੜਾ ਹੈ ਜਮ ਜਿਹੜਾ ਹੈ। ਧਰਮ ਰਾਏ ਜਬ ਪਕਰਸ ਬਬਰੇ, ਤਬ ਕਿਆ ਜਵਾਬ ਕਰੇ ਉਹ ਝੱਲੇ ਜੀਵ ਬਾਬਰੇ। ਜਦੋਂ ਧਰਮਰਾਜ ਤੇਰੀ ਭੈੜੀ ਕਰਤੂਤ ਅਨੁਸਾਰ ਦੰਨ ਦੇਣ ਲਈ ਤੈਨੂੰ, ਦੰਨ ਕਹੀਏ ਡੰਡ, ਸਜ਼ਾ ਦੇਣ ਲਈ ਤੈਨੂੰ ਪਰਕਸ ਕਹੀਏ, ਪਕਰਸ ਕਹੀਏ ਪਕੜ ਲਏਗਾ, ਉਸ ਵੇਲੇ ਤੂੰ ਕੀ ਜਵਾਬ ਦੇਵੇਂਗਾ, ਕੀ ਦੇਣਾ ਕਰੇਗਾ ਜਵਾਬ? ਉਸ ਸਮੇਂ ਤੇਰੇ ਕੋਲੋਂ ਬੋਲਿਆ ਨਹੀਂ ਜਾਏਗਾ। ਕਹੋ ਨਾਨਕ ਦੂਜੇ ਪਹਿਰੇ ਪ੍ਰਾਣੀ, ਪਰ ਜੋਬਨ ਲਹਿਰੀ ਦੇ। ਕਿ ਉਮਰ ਰੂਪੀ ਰਾਤ ਦੇ ਦੂਜੇ ਪਹਿਰ ਹਿੱਸੇ ਵਿੱਚ ਜਵਾਨੀ, ਕਾਮ, ਕ੍ਰੋਧ ਰੂਪ ਤ੍ਰਿਸ਼ਨਾ ਰੂਪੀ
ਅਤੇ ਵਿਕਾਰਾਂ ਰੂਪੀ ਲਹਿਰਾਂ ਜਿਹੜੀਆਂ ਨੇ ਇਹ ਭਰੀ ਹੋਈ ਹੈ ਜਵਾਨੀ। ਇੱਥੇ ਫਿਰ ਜਦੋਂ ਇੱਥੇ ਆ ਕੇ ਆ ਸਟੇਜ ਤੇ ਆ ਕੇ ਬੰਦਾ ਕਰਦਾ ਨਾ ਕਰਮ ਕੁਕਰਮ, ਫਿਰ ਉਹ ਪੂਰਾ ਲਹਿਰਾਂ ਨਾਲ ਭਰ ਜਾਂਦਾ ਹੈ ਤੇ ਉਹਨਾਂ ਦਾ ਖਮਿਆਜਾ ਭੁਗਤਣਾ ਪੈਂਦਾ ਜੀ। ਆਓ ਜੀ ਭੁੱਲਾਂ ਤੋਂ